ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਆਈਸੋਥਰਮਲ ਪ੍ਰੋਸੈਸ ਜਿਹੜਾ ਉਹਦੇ ਬਾਰੇ ਆਪਾਂ ਡਿਸਕਸ ਕੀਤਾ ਸੀ ਤੇ ਨਾਲ ਉਹਦੀਆਂ ਕੰਡੀਸ਼ਨਸ ਆਪਾਂ ਸਟੱਡੀ ਕੀਤੀਆਂ ਕਿ ਕਿਸ ਤਰ੍ਹਾਂ ਜਿਹੜੀ ਹੈ ਆਈਸੋਥਰਮਲ ਪ੍ਰੋਸੈਸ ਨੂੰ ਅਸੀਂ ਕੈਰੀ ਕਰ ਸਕਦੇ ਹਾਂ। ਨਾਓ ਟੁਡੇ ਵੀ ਆਰ ਗੋਇੰਗ ਟੂ ਡਿਸਕਸ the new operation, that is adiabatic operation or adiabatic change, or it may also be called adiabatic process। आओ सब ना पहला यदि डेफिनेशन बारे ਆਪਾਂ स्टडी करते हैं कि adiabatic process हैगी की चीज है। The change in volume or pressure of a gas, ਉਹ process ਜਿਹਦੇ ਵਿੱਚ ਵੋਲੀਅਮ ਤੇ ਪ੍ਰੈਸ਼ਰ ਜਿਹੜਾ ਹੈ ਗੈਸ ਦਾ ਚੇਂਜ ਹੋ ਜਾਏ, ਪਰ no heat is allowed to enter into or escape from the gas। ਵੋਲੀਅਮ ਚੇਂਜ ਹੋਣਾ ਹੋ ਜਾਏ, ਪ੍ਰੈਸ਼ਰ ਚੇਂਜ ਹੁੰਦਾ ਹੈ ਉਹ ਵੀ ਹੋ ਜਾਏ, ਪਰ ਗੈਸ ਦੇ ਵਿੱਚੋਂ, ਕਹਿਣ ਦਾ ਮਤਲਬ ਸਿਸਟਮ ਦੇ ਵਿੱਚੋਂ ਕੋਈ ਵੀ ਹੀਟ ਜਿਹੜੀ ਹੈ ਉਹ ਬਾਹਰ ਨਹੀਂ ਜਾ ਸਕਦੀ ਤੇ ਬਾਹਰੋਂ ਕੋਈ ਹੀਟ ਜਿਹੜੀ ਹੈ ਗੈਸ ਦੇ ਅੰਦਰ ਨਹੀਂ ਆਏਗੀ। ਉਹ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਐਡੀਆਬੈਟਿਕ ਪ੍ਰੋਸੈਸ। ਕਹਿਣ ਦਾ ਮਤਲਬ no heat is allowed to enter the system, ਬਾਹਰੋਂ ਕੋਈ ਹੀਟ ਅੰਦਰ ਨਹੀਂ ਆਣੀ ਤੇ ਅੰਦਰੋਂ ਜਿਹੜੀ ਹੀਟ ਹੈ ਉਹ ਬਾਹਰ ਨਹੀਂ ਜਾ ਸਕਦੀ। ਉਹ ਪ੍ਰੋਸੈਸ ਸਾਡੀ ਹੋ ਗਈ ਐਡੀਆਬੈਟਿਕ। ਤੇ ਐਡੀਆਬੈਟਿਕ ਪ੍ਰੋਸੈਸ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਹੁੰਦੀਆਂ ਨੇ। ਇੱਕ ਤੇ ਵੋਲੀਅਮ ਚੇਂਜ ਹੋਏਗਾ, ਇੱਕ ਪ੍ਰੈਸ਼ਰ ਵੀ ਚੇਂਜ ਹੋਏਗਾ ਤੇ ਨਾਲ ਦੇ ਨਾਲ ਦੱਸੋ ਵੱਖਰਾ ਲਿਖਿਆ ਮੈਂ ਟੈਂਪਰੇਚਰ ਆਲਸੋ ਚੇਂਜਸ। ਤਿੰਨ ਚੀਜ਼ਾਂ ਵਿੱਚ ਚੇਂਜ ਆ ਸਕਦੀ ਹੈ, ਪ੍ਰੈਸ਼ਰ, ਵੋਲੀਅਮ ਤੇ ਟੈਂਪਰੇਚਰ, ਪਰ ਹੀਟ ਜਿਹੜੀ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਆਏਗੀ। no heat is allowed to enter and escape from the gas। now how it takes place, ਇਹ ਹੁੰਦੀ ਕਿਸ ਤਰ੍ਹਾਂ ਹੈ, ਇਸ ਪ੍ਰੋਸੈਸ ਨੂੰ ਕਿਵੇਂ ਆਪਾਂ ਕਰ ਸਕਦੇ ਹਾਂ। ਦੇਖੋ ਇਹਨੂੰ ਆਪਾਂ ਸਮਝਦੇ ਹਾਂ। ਮੰਨ ਲਓ ਕਿ ਸਾਡੇ ਕੋਲ ਇੱਕ ਸਿਲੰਡਰ ਹੈ, ਸਿਲੰਡਰ ਦੇ ਵਿੱਚ ਅਸੀਂ ਕੀ ਕੀਤਾ, 1 ਮੋਲ ਆਫ ਆਈਡੀਅਲ ਗੈਸ ਜਿਹੜੀ ਹੈ ਆਪਾਂ ਕੰਟੇਨ ਕਰ ਲਈ। 1 ਮੋਲ ਗੈਸ ਸਿਲੰਡਰ 'ਚ ਲੈ ਲਈ। ਇਸ ਸਿਲੰਡਰ ਦੇ ਨਾਲ ਆਪਾਂ ਉੱਤੇ ਜਿਹੜਾ ਹੈ ਪਿਸਟਨ ਲਗਾ ਦਿੱਤਾ ਤਾਂ ਜੋ ਗੈਸ ਜਿਹੜੀ ਹੈ ਉਹ ਬਾਹਰ ਨਾ ਨਿਕਲੇ। ਤੇ ਜਿਹੜਾ ਸਾਡਾ ਪਿਸਟਨ ਹੈ, ਮੈਂ ਪਹਿਲਾਂ ਵੀ ਦੱਸਿਆ, ਇਟ ਸ਼ੁੱਡ ਬੀ ਫ੍ਰਿਕਸ਼ਨਲੈਸ। ਉਹ ਫ੍ਰਿਕਸ਼ਨਲੈਸ ਪਿਸਟਨ ਹੈ, ਉੱਪਰ ਲਗਾਤਾ, ਅੰਦਰ 1 ਮੋਲ ਗੈਸ ਜਿਹੜੀ ਆਪਾਂ ਫਿਲ ਕਰ ਦਿੱਤੀ। ਹਾਂਜੀ, ਕਲੀਅਰ। ਹੁਣ ਕੀ ਕਰਨਾ ਹੈ ਕਿ ਪਿਸਟਨ ਨੂੰ ਅਸੀਂ ਇੱਕਦਮ ਜਿਹੜਾ ਹੈ ਸਡਨਲੀ ਕੀ ਕਰਨਾ ਹੈ, ਉਹਨੂੰ ਆਪਾਂ ਕੰਪਰੈਸ ਕਰਾਂਗੇ। ਪਿਸਟਨ ਜਿਹੜਾ ਪਕੜਿਆ ਉਹਨੂੰ ਇੱਕਦਮ ਸਡਨਲੀ ਬਹੁਤ ਫਾਸਟ ਜਿਹੜਾ ਉਹਨੂੰ ਕੀ ਕਰ ਦੋ, ਕੰਪਰੈਸ ਕਰ ਦੋ। ਜਦੋਂ ਸਿਸਟਮ ਨੂੰ ਇੱਕਦਮ ਕੰਪਰੈਸ ਕਰੋਗੇ ਤੇ ਸਾਨੂੰ ਪਤਾ ਹੈ ਜਿਹੜੀ ਆ ਹੀਟ ਪ੍ਰੋਡਿਊਸ ਹੋਏਗੀ। ਜਦੋਂ ਇੱਕਦਮ ਦਬਾ ਦਾਂਗੇ ਕਿਸੇ ਚੀਜ਼ ਨੂੰ, ਉਹ ਹੀਟ ਸਾਡੀ ਜਿਹੜੀ ਆ ਉਹ ਪੈਦਾ ਹੋਵੇਗੀ। ਉਹ ਜਿਹੜੀ ਹੀਟ ਹੈ ਉਹ ਸਿਲੰਡਰ ਦੇ ਵਿੱਚੋਂ ਬਾਹਰ ਨਹੀਂ ਜਾ ਪਾਏਗੀ, ਇੰਨੀ ਛੇਤੀ ਬਾਹਰ ਨਹੀਂ ਨਿਕਲੇਗੀ। ਤੇ ਹੋਏਗਾ ਕਿ ਉਹ ਹੀਟ ਨੂੰ ਜਿਹੜਾ ਹੈ ਕੌਣ ਅਬਜ਼ੌਰਬ ਕਰ ਜਾਏਗਾ। ਹਾਂਜੀ, ਉਹ ਗੈਸ ਜਿਹੜੀ ਭਰੀ ਹੈ ਨਾ ਉਹਨੇ ਹੀਟ ਨੂੰ ਅਬਜ਼ੌਰਬ ਕਰ ਜਾਣਾ। ਤੇ ਜਦੋਂ ਗੈਸ ਨੇ ਉਹ ਹੀਟ ਅਬਜ਼ੌਰਬ ਕਰ ਲਈ ਤੇ ਉਹਦਾ ਜਿਹੜਾ ਹੈ ਟੈਂਪਰੇਚਰ ਜਿਹੜਾ ਹੈ ਉਹ ਰਾਈਜ਼ ਕਰ ਜਾਏਗਾ। ਮਤਲਬ ਹੀਟ ਨੂੰ ਬਾਹਰ ਨਹੀਂ ਜਾਣ ਦੇਣਾ, ਠੀਕ ਹੈ, ਟਾਈਮ ਹੀ ਨਹੀਂ ਦੇਣਾ ਕਿ ਜਿਹੜਾ ਹੀਟ ਹੈ ਉਹ ਅਸਕੇਪ ਹੋ ਸਕੇ ਸਰਾਊਂਡਿੰਗ ਨੂੰ। ਇੰਨੀ ਫਾਸਟ ਦਬਾਓ ਕਿ ਜਿਹੜੀ ਹੀਟ ਇੰਨੀ ਜ਼ਿਆਦਾ ਪੈਦਾ ਹੋ ਜਾਏ ਉਹਨੂੰ ਬਾਹਰ ਜਾਣ ਦੇ ਟਾਈਮ ਲੱਗੇ ਤੇ ਉਹਨਾਂ ਚਿਰ 'ਚ ਕੀ ਹੋਏ, ਜਿਹੜੀ ਗੈਸ ਹੈ ਉਹ ਸਾਰੀ ਦੀ ਸਾਰੀ ਹੀਟ ਕੀ ਕਰ ਲੇ, ਅਬਜ਼ੌਰਬ ਕਰ ਲੇ। ਹਾਂਜੀ, ਕਲੀਅਰ। ਇਸ ਤਰ੍ਹਾਂ ਟੈਂਪਰੇਚਰ ਜਿਹੜਾ ਹੈ ਉਹਦਾ ਰਾਈਜ਼ ਹੋ ਜਾਏਗਾ। ਇਹਦਾ ਮਤਲਬ ਟੈਂਪਰੇਚਰ ਚੇਂਜ ਹੋ ਗਿਆ। ਤੇ ਜਦੋਂ ਮੈਂ ਇਹਨੂੰ ਕੰਪਰੈਸ ਕੀਤਾ ਸੀ, ਵੋਲੀਅਮ ਵੀ ਉਹਦਾ ਫਰਕ ਪੈ ਗਿਆ, ਘਟ ਗਿਆ। ਤੇ ਜਦੋਂ ਕੰਪਰੈਸ ਕੀਤਾ ਤੇ ਉਹ ਪ੍ਰੈਸ਼ਰ ਜਿਹੜਾ ਹੈ ਉਹ ਗੈਸ ਦਾ ਉਹ ਤੁਹਾਡਾ ਇਨਕਰੀਜ਼ ਹੋ ਜਾਏਗਾ। ਪਰ ਹੀਟ ਜਿਹੜੀ ਹੈ ਉਹਨੂੰ ਸਿਸਟਮ ਦੇ ਵਿੱਚੋਂ ਬਾਹਰ ਅਸੀਂ ਨਹੀਂ ਜਾਣ ਦੇਵਾਂਗੇ। ਤੇ ਜੇ ਤੁਸੀਂ ਉਹਨੂੰ ਸਲੋਲੀ ਦਬਾਓਗੇ ਫਿਰ ਥੋੜੀ ਥੋੜੀ ਹੀਟ ਜਿਹੜੀ ਨਿਕਲੇਗੀ ਤੇ ਉਹ ਥੋੜੀ ਥੋੜੀ ਨਾਲ ਜਿਹੜੀ ਹੈ ਸਰਾਊਂਡਿੰਗ ਨੂੰ ਜਾ ਸਕਦੀ ਹੈ। ਇਹਦਾ ਮਤਲਬ ਜੇ ਤੁਸੀਂ ਐਡੀਆਬੈਟਿਕ ਪ੍ਰੋਸੈਸ ਕਰਨੀ ਚਾਹੁੰਦੇ ਹੋ ਤੇ ਤੁਹਾਨੂੰ ਪਹਿਲਾਂ ਧਿਆਨ ਰੱਖਣਾ ਪਏਗਾ ਪ੍ਰੋਸੈਸ ਜਿਹੜੀ ਹੈ ਉਹ ਸ਼ੁੱਡ ਬੀ ਫਾਸਟ। ਕਹਿਣ ਦਾ ਮਤਲਬ ਇਟ ਸ਼ੁੱਡ ਬੀ ਸਡਨਲੀ। ਇੰਨੀ ਫਾਸਟ ਕਰਨੀ ਹੈ ਕਿ ਟਾਈਮ ਹੀ ਨਾ ਮਿਲੇ ਕਿ ਜਿਹੜੀ ਹੀਟ ਹੈ ਉਹ ਬਾਹਰ ਜਾ ਸਕੇ। ਤੇ ਆਓ ਥੱਲੇ ਦੇਖੋ ਅਸੀਂ ਕੰਡੀਸ਼ਨਸ ਲਿਖੀਆਂ ਨੇ ਐਡੀਆਬੈਟਿਕ ਪ੍ਰੋਸੈਸ ਦੀਆਂ। ਕੀ ਕੰਡੀਸ਼ਨਸ ਨੇ?
पहली गल, वॉल ऑफ द सिलेंडर, ਜਿਹੜਾ ਸਿਲੰਡਰ ਹੈ ਜਿਹਦੇ ਵਿੱਚ ਅਸੀਂ ਗੈਸ ਆਪਾਂ ਫਿਲ ਕੀਤੀ ਹੈ, ਉਹਦੀਆਂ ਵਾਲਸ ਤੇ ਜਿਹੜਾ ਸਾਡਾ ਪਿਸਟਨ ਜਿਹੜਾ ਉੱਪਰ ਲਗਾਇਆ, ਇਟ ਸ਼ੁੱਡ ਬੀ ਪਰਫੈਕਟਲੀ ਨॉन ਕੰਡਕਟਿੰਗ। ਉਹ ਨॉन ਕੰਡਕਟਿੰਗ ਹੋਣਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਅੰਦਰੋਂ ਹੀਟ ਬਾਹਰ ਨਹੀਂ ਜਾਣੀ ਚਾਹੀਦੀ ਤੇ ਬਾਹਰ ਵਾਲੀ ਹੀਟ ਜਿਹੜੀ ਹੈ ਉਹ ਅੰਦਰ ਨਹੀਂ ਆਣੀ ਚਾਹੀਦੀ। ਹਾਂਜੀ ਕਲੀਅਰ। ਪਰ ਵੈਸੇ ਕੋਈ ਵੀ ਜਿਹੜਾ ਹੈ ਸਿਲੰਡਰ ਇਸ ਤਰ੍ਹਾਂ ਦਾ ਬੰਦ ਨਹੀਂ ਸਕਦਾ ਪਰਫੈਕਟਲੀ ਨॉन ਕੰਡਕਟਿੰਗ। ਇਹਦਾ ਮਤਲਬ ਐਡੀਆਬੈਟਿਕ ਪ੍ਰੋਸੈਸ ਨੂੰ ਡੇਲੀ ਲਾਈਫ ਵਿੱਚ ਜਿਹੜਾ ਆਪਰੇਟ ਕਰਨਾ ਕਾਫੀ ਡਿਫਿਕਲਟ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਫਾਲੋ ਕਰਨਾ ਬਹੁਤ ਔਖਾ ਹੈ। ਹੁਣ ਇਹ ਦੋ ਕੰਡੀਸ਼ਨਸ ਨੇ ਆਮ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਕਿ ਤੁਸੀਂ ਐਡੀਆਬੈਟਿਕ ਪ੍ਰੋਸੈਸ ਕਰਨੀ ਹੈ ਤੇ ਉਹਦੀਆਂ ਸ਼ਰਤਾਂ ਦੱਸੋ ਕੀ ਨੇ। ਇਹ ਦੋ ਕੰਡੀਸ਼ਨਸ ਨੇ। ਪਹਿਲੀ ਗੱਲ, ਜਿਸ ਸਿਲੰਡਰ 'ਚ ਗੈਸ ਭਰੀ ਉਹਦੀਆਂ ਜਿਹੜੀਆਂ ਵਾਲਸ ਨੇ ਉਹ ਨॉन ਕੰਡਕਟਿੰਗ ਹੋਣੀ ਚਾਹੀਦੀਆਂ, ਹੀਟ ਬਾਹਰ ਨਹੀਂ ਜਾਣੀ ਚਾਹੀਦੀ ਤੇ ਬਾਹਰੋਂ ਹੀਟ ਅੰਦਰ ਨਹੀਂ ਆਣੀ ਚਾਹੀਦੀ। ਤੇ ਦੂਸਰੀ ਜਿਹੜੀ ਸਾਡੀ ਕੰਡੀਸ਼ਨ ਹੈ, ਪ੍ਰੋਸੈਸ ਜਾਂ ਤੇ ਗੈਸ ਨੂੰ ਐਕਸਪੈਂਡ ਕਰਨਾ ਜਾਂ ਗੈਸ ਨੂੰ ਜਿਹੜਾ ਅਸੀਂ ਕੰਪਰੈਸ ਕਰਨਾ, ਇਟ ਸ਼ੁੱਡ ਬੀ ਸਡਨ, ਬਹੁਤ ਫਾਸਟ ਕਰਨੀ ਹੈ। ਕਿਉਂ ਫਾਸਟ ਕਰਨੀ ਹੈ? ਸੋ ਦੈਟ देयर इज नो टाइम फॉर द एक्सचेंज ऑफ हीट। ਹੀਟ ਨੂੰ ਐਕਸਚੇਂਜ ਵਾਸਤੇ ਬਿਲਕੁਲ ਵੀ ਜਿਹੜਾ ਹੈ ਉਹ ਸਮਾਂ ਨਾ ਮਿਲੇ। ਉਹ ਸਾਰੀ ਦੀ ਸਾਰੀ ਹੀਟ ਜਿਹੜੀ ਹੈ ਅੰਦਰ ਦੀ ਅੰਦਰ ਗੈਸ ਹੀ ਕੀ ਕਰ ਜੇ, ਉਹਨੂੰ ਅਬਜ਼ੌਰਬ ਕਰ ਜੇ। ਠੀਕ ਹੈ, ਇਸ ਤਰ੍ਹਾਂ ਤੁਸੀਂ ਐਡੀਆਬੈਟਿਕ ਪ੍ਰੋਸੈਸ ਜਿਹੜੀ ਹੈ ਉਹ ਕੈਰੀ ਕਰ ਸਕਦੇ ਹੋ। ਹਾਂਜੀ ਕਲੀਅਰ। ਨਾਓ ਇਹਦੀਆਂ ਕੁਝ ਐਗਜ਼ਾਮਪਲਸ ਨੇ ਐਡੀਆਬੈਟਿਕ ਪ੍ਰੋਸੈਸ ਦੀਆਂ, ਆਓ ਉਹਦੇ ਬਾਰੇ ਆਪਾਂ ਸਟੱਡੀ ਕਰੀਏ। ਪਹਿਲੀ ਤੇ ਸਾਡੀ ਐਗਜ਼ਾਮਪਲ ਆਈ ਹੋ ਗਈ ਕਿ ਜਿਹੜੇ ਸਿਲੰਡਰ ਦੇ ਵਿੱਚ ਅਸੀਂ ਗੈਸ ਫਿਲ ਕੀਤੀ ਹੈ ਉਹਨੂੰ ਸਡਨਲੀ ਕੰਪਰੈਸ ਕਰੋ ਜਾਂ ਉਹਨੂੰ ਸਡਨਲੀ ਜਿਹੜਾ ਹੈ ਐਕਸਪੈਂਡ ਕਰ ਦਿਓ। ਉਹਦੇ ਨਾਲ ਜਿਹੜੀ ਹੈ ਪ੍ਰੋਸੈਸ ਕੀ ਹੋਏਗੀ ਤੁਹਾਡੀ, ਉਹ ਐਡੀਆਬੈਟਿਕ ਹੋ ਜਾਏਗੀ। ਹੁਣ ਇੱਕ ਚੀਜ਼ ਨੋਟ ਕਰ ਲਓ, ਐਡੀਆਬੈਟਿਕ ਪ੍ਰੋਸੈਸ ਦਾ ਕੋਈ ਵੀ ਅੱਗੇ ਆਰਟੀਕਲ ਆਏ ਉਹਦੇ ਵਾਸਤੇ ਧਿਆਨ ਰੱਖਣਾ ਹੈ, ਜਦੋਂ ਵੀ ਅਸੀਂ ਸਿਲੰਡਰ ਲੈਣਾ ਹੈ ਉਹਦੇ ਨਾਲ ਇੱਕ ਵਰਡ ਜ਼ਰੂਰ ਲਿਖਣਾ ਹੈ, ਨॉन ਕੰਡਕਟਿੰਗ ਸਿਲੰਡਰ ਹੋਣਾ ਚਾਹੀਦਾ ਹੈ। ਕਿਤੋਂ ਵੀ ਹੀਟ ਬਾਹਰੋਂ ਤੇ ਬਾਹਰੋਂ ਅੰਦਰ ਨਹੀਂ ਆਣੀ ਚਾਹੀਦੀ। ਤੇ ਇੱਕ ਵਰਡ ਯਾਦ ਕਰ ਲਓ ਜਿਹੜਾ ਸਡਨ, ਇਹ ਵਰਡ ਜ਼ਰੂਰ ਲਿਖਣਾ ਹੈ ਐਡੀਆਬੈਟਿਕ ਪ੍ਰੋਸੈਸ ਵਿੱਚ ਕਿ ਜਿਹੜੀ ਆਪਾਂ ਐਕਸਪੈਂਸ਼ਨ ਕਰਾਂਗੇ ਜਾਂ ਕੰਪਰੈਸ਼ਨ ਕਰਾਂਗੇ ਗੈਸ ਦੀ, ਇਟ ਸ਼ੁੱਡ ਬੀ ਸਡਨ ਹੋਣੀ ਚਾਹੀਦੀ ਹੈ। ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਹੈ, ਇਹਨਾਂ ਦੋਨਾਂ ਵਰਡਸ ਤੋਂ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਸਾਡੀ ਪ੍ਰੋਸੈਸ ਕਿਹੜੀ ਚੱਲ ਰਹੀ ਹੈ, ਉਹ ਐਡੀਆਬੈਟਿਕ ਚੱਲ ਰਹੀ ਹੈ। ਹਾਂਜੀ ਕਲੀਅਰ। ਸਡਨ ਐਕਸਪੈਂਸ਼ਨ and sudden compression of a gas is adiabatic process होगी। Now दूसरी एग्जांपल, ਤੁਹਾਨੂੰ ਪਤਾ ਹੈ ਕਈ ਵਾਰੀ ਤੁਸੀਂ ਦੇਖਿਆ ਕਿ ਸਾਈਕਲ ਦੀ ਜਿਹੜੀ ਟਿਊਬ ਹੁੰਦੀ ਹੈ, ਠੀਕ ਹੈ, ਜਿਸ 'ਚ ਆਪਾਂ ਹਵਾ ਭਰਦੇ ਆ, ਉਹ ਇੱਕਦਮ ਜਿਹੜੀ ਆ ਫਟ ਜਾਂਦੀ ਹੈ। that is the adiabatic process, sudden bursting of a tube of a bicycle। ਠੀਕ ਹੈ, ਉਹ ਇੱਕਦਮ ਜਿਹੜਾ ਫਟ ਜਾਂਦੀ ਹੈ, ਉਹ ਤੁਹਾਡੀ ਕਿਹੜੀ ਆਏਗੀ, ਐਡੀਆਬੈਟਿਕ ਜਿਹੜੀ ਹੈ ਉਹ ਪ੍ਰੋਸੈਸ ਹੈ। ਇਸ ਤਰ੍ਹਾਂ ਜਿਵੇਂ ਆਪਾਂ ਬਲੂਨ 'ਚ ਗੈਸ ਭਰੀਏ ਇੱਕਦਮ ਫਟਦਾ ਹੈ, ਠੀਕ ਹੈ, ਉਹ ਸਾਡੀ ਜਿਹੜੀ ਹੈ ਐਡੀਆਬੈਟਿਕ ਪ੍ਰੋਸੈਸ ਹੁੰਦੀ ਹੈ, ਕਿਉਂਕਿ ਬਹੁਤ ਫਾਸਟ ਜਿਹੜਾ ਹੈ। ਦੂਸਰਾ, ਜਦੋਂ ਵੀ ਸਾਊਂਡ ਟਰੈਵਲ ਕਰਦੀ ਹੈ 에ਅਰ ਦੇ ਵਿੱਚ ਜਾਂ ਕਿਸੇ ਹੋਰ ਗੈਸ ਵਿੱਚ ਸਾਊਂਡ ਟਰੈਵਲ ਕਰੇ, ਉਹ ਵੀ ਸਾਡੀ ਇੱਕ ਐਡੀਆਬੈਟਿਕ ਪ੍ਰੋਸੈਸ ਹੈ। ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਸਾਊਂਡ ਦੀ ਸਪੀਡ ਦਾ ਫਾਰਮੂਲਾ ਬਣਾਇਆ ਗਿਆ ਕਿ ਸਾਊਂਡ ਦੀ ਜਿਹੜੀ ਸਪੀਡ ਕਿੰਨੀ ਹੁੰਦੀ ਹੈ 에ਅਰ ਦੇ ਵਿੱਚ, ਪਹਿਲਾ ਫਾਰਮੂਲਾ ਨਿਊਟਨ ਨੇ ਬਣਾਇਆ ਸੀ। ਉਥੇ ਉਹਨੇ ਕੀ ਕੀਤਾ ਕਿ ਪ੍ਰੋਸੈਸ ਮੰਨ ਕੇ ਚੱਲਿਆ ਆਈਸੋਥਰਮਲ। ਉਹਨੇ ਕਿਹਾ ਕਿ ਜਦੋਂ ਸਾਊਂਡ ਟਰੈਵਲ ਕਰਦੀ ਹੈ ਨਾ 에ਅਰ ਦੇ ਵਿੱਚ, ਉਹ ਪ੍ਰੋਸੈਸ ਹੁੰਦੀ ਹੈ ਆਈਸੋਥਰਮਲ, ਕਿ ਟੈਂਪਰੇਚਰ ਚੇਂਜ ਨਹੀਂ ਹੁੰਦਾ। ਠੀਕ ਹੈ, ਜਦੋਂ ਉਹਨੇ ਫਾਰਮੂਲਾ ਬਣਾਤਾ, ਉਸ ਫਾਰਮੂਲੇ ਤੋਂ ਸਾਊਂਡ ਦੀ ਜਿਹੜੀ ਹੈ ਸਪੀਡ ਕੱਢੀ ਗਈ, ਵੈਲੋਸਿਟੀ ਕੱਢੀ ਗਈ, ਤੇ ਜਿਹੜੀ ਐਕਚੁਅਲ ਸਾਊਂਡ ਦੀ ਵੈਲੋਸਿਟੀ ਜਿਹੜੀ ਅਸੀਂ ਐਕਸਪੈਰੀਮੈਂਟਲੀ ਫਾਈਂਡ ਆਊਟ ਕੀਤੀ, ਉਹਦੇ ਤੋਂ ਕਾਫੀ ਘੱਟ ਆਈ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਗਲਤੀ ਰਹਿ ਗਈ ਨਿਊਟਨ ਕੋ, ਕਿਉਂਕਿ ਉਹਨੇ ਪ੍ਰੋਸੈਸ ਮੰਨ ਕੇ ਚੱਲੀ ਸੀਗੀ ਆਈਸੋਥਰਮਲ ਕਿ ਸਾਊਂਡ ਟਰੈਵਲ ਕਰਦੀ ਹੈ, ਪ੍ਰੋਸੈਸ ਹੈਗੀ ਆਈਸੋਥਰਮਲ, ਪਰ ਉਹਦੇ ਰਿਜ਼ਲਟ ਮੈਚ ਨਹੀਂ ਕੀਤੇ। ਬਾਅਦ ਵਿੱਚੋਂ ਇਹਨੂੰ ਕਰੈਕਟ ਕੀਤਾ ਗਿਆ। ਉਹ ਸਾਇੰਟਿਸਟ ਆਇਆ ਲਾਪਲਾਸ, ਠੀਕ ਹੈ, ਉਹਨੇ ਆ ਕੇ ਇਹਦੀ ਕਰੈਕਸ਼ਨ ਕੀਤੀ। ਉਹਨੇ ਕਿਹਾ ਕਿ ਜਦੋਂ ਸਾਊਂਡ ਟਰੈਵਲ ਕਰਦੀ ਹੈ ਨਾ 에ਅਰ ਦੇ ਵਿੱਚੋਂ, ਉਹ ਪ੍ਰੋਸੈਸ ਆਈਸੋਥਰਮਲ ਨਹੀਂ ਹੈ, ਉਹ ਪ੍ਰੋਸੈਸ ਕਿਹੜੀ ਹੈਗੀ ਹੈ, ਐਡੀਆਬੈਟਿਕ ਪ੍ਰੋਸੈਸ ਹੈਗੀ ਹੈ। ਉਹਦੇ 'ਚ ਟੈਂਪਰੇਚਰ ਚੇਂਜ ਹੁੰਦਾ ਹੈ। ਠੀਕ ਹੈ, ਤੇ ਉਹਦੇ ਤੋਂ ਜਦੋਂ ਉਹਨੇ ਆਪਣੇ ਅਕੋਰਡਿੰਗ ਫਾਰਮੂਲਾ ਬਣਾਇਆ, ਠੀਕ ਹੈ, ਥੋੜੀ ਇੰਪਰੂਵਮੈਂਟ ਕੀਤੀ, ਕਰੈਕਸ਼ਨ ਕੀਤੀ,
ਫਿਰ ਉਹਨੇ ਜਿਹੜੀ ਵੈਲਿਊ ਕੱਢੀ ਗਈ ਉਹ ਪੂਰੀ ਜਿਹੜੀ ਹੈ ਉਹ ਐਕਸਪੈਰੀਮੈਂਟਲ ਜਿਹੜੀ ਵੈਲਿਊ ਹੈ ਉਹਦੇ ਨਾਲ ਜਿਹੜੀ ਹੈ ਉਹ ਮੈਚ ਕਰ ਗਈ। ਕਹਿਣ ਦਾ ਮਤਲਬ ਮੇਰਾ ਇੰਨਾ ਹੀ ਹੈ ਕਿ ਜਦੋਂ ਵੀ ਸਾਊਂਡ 에ਅਰ ਵਿੱਚੋਂ ਟਰੈਵਲ ਕਰਦੀ ਹੈ ਨਾ, ਉਹ ਪ੍ਰੋਸੈਸ ਵੀ ਸਾਡੀ ਜਿਹੜੀ ਹੈ ਉਹ ਕਿਹੜੀ ਹੁੰਦੀ ਹੈ, ਐਡੀਆਬੈਟਿਕ ਪ੍ਰੋਸੈਸ ਹੈਗੀ ਹੈ। ਨਾਓ ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਸਾਰਾ ਕਲੀਅਰ ਹੋ ਗਿਆ। ਹੁਣ ਦੁਬਾਰਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ, ਇਹਨੂੰ ਤੁਸੀਂ ਦੁਬਾਰਾ ਠੀਕ ਹੈ ਦੇਖ ਸਕਦੇ ਹੋ। ਹੁਣ ਇਹਦੀ ਜਿਹੜੀ ਹੈ ਕੁਝ ਇਕੁਏਸ਼ਨਸ ਹੁੰਦੀਆਂ ਨੇ, ਜਿਸ ਤਰ੍ਹਾਂ ਅਸੀਂ ਆਈਸੋਥਰਮਲ ਪ੍ਰੋਸੈਸ ਦੀ ਇਕੁਏਸ਼ਨ ਬਾਰੇ ਆਪਾਂ ਸਟੱਡੀ ਕੀਤਾ ਸੀ ਕਿ PV constant। ਅਸੀਂ ਪਹਿਲਾਂ ਜਿਹੜਾ ਪਿਛਲੇ ਆਰਟੀਕਲ 'ਚ ਤੁਹਾਨੂੰ ਦੱਸਿਆ ਕਿ PV constant K, ਇਹ ਇਕੁਏਸ਼ਨ ਹੁੰਦੀ ਹੈ ਆਈਸੋਥਰਮਲ ਪ੍ਰੋਸੈਸ ਦੀ, ਠੀਕ ਹੈ। ਆਈਸੋਥਰਮਲ ਪ੍ਰੋਸੈਸ ਦੀ PV constant, ਠੀਕ ਹੈ। ਇਹ ਤੇ ਮੈਂ ਲਿਖ ਦਿੰਦਾ ਕਿ ਆਈਸੋਥਰਮਲ ਪ੍ਰੋਸੈਸ ਦੀ ਇਕੁਏਸ਼ਨ ਹੈ, ਇਹ ਪਿਛਲੇ ਆਰਟੀਕਲ ਵਿੱਚ ਅਸੀਂ ਪੜ੍ਹ ਲਿਆ। ਤੇ ਜਿਹੜੀ ਸਾਡੀ ਐਡੀਆਬੈਟਿਕ ਪ੍ਰੋਸੈਸ ਹੈ ਉਹਦੀ ਇਕੁਏਸ਼ਨ ਕੀ ਹੈ, PV ਦੀ ਪਾਵਰ ਗਾਮਾ, PV ਦੀ ਪਾਵਰ ਗਾਮਾ constant। ਵੋਲਿਊਮ ਜਿਹੜਾ ਹੈ ਉਹਦੇ ਉੱਪਰ ਇੱਕ ਗਾਮਾ, ਜਿਹੜਾ ਦੇਖੋ ਇੱਕ ਆਪਾਂ ਵਰਡ ਲਿਖਤਾ PV ਦੀ ਗਾਮਾ constant। ਇਹ ਇਕੁਏਸ਼ਨ ਹੈਗੀ ਹੈ ਸਾਡੀ ਐਡੀਆਬੈਟਿਕ ਪ੍ਰੋਸੈਸ ਦੀ, ਠੀਕ ਹੈ। ਇਹਦਾ ਅਸੀਂ ਜਿਹੜਾ ਹੈ ਉਹ ਪ੍ਰੂਫ ਅਸੀਂ ਨਹੀਂ ਕਰਨਾ, ਜਸਟ ਤੁਸੀਂ ਇਹਨੂੰ ਯਾਦ ਰੱਖਣਾ ਹੈ ਵਾਟ ਇਜ਼ ਦਾ ਇਕੁਏਸ਼ਨ ਆਫ ਐਡੀਆਬੈਟਿਕ ਪ੍ਰੋਸੈਸ। ਐਡੀਆਬੈਟਿਕ ਪ੍ਰੋਸੈਸ ਦੀ ਇਕੁਏਸ਼ਨ ਕਿਹੜੀ ਹੁੰਦੀ ਹੈ, PV ਦੀ ਗਾਮਾ constant। ਓਕੇ, ਨਾਓ ਵਾਟ ਇਜ਼ ਗਾਮਾ। ਹੁਣ ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਇਹ ਗਾਮਾ ਕੀ ਚੀਜ਼ ਹੈ। ਇਟ ਇਜ਼ ਦਾ ਰੇਸ਼ੋ, ਗਾਮਾ ਜਿਹੜਾ ਹੈ ਇਹ ਰੇਸ਼ੋ ਹੈ, ਕਾਦੀ ਰੇਸ਼ੋ, ਉੱਪਰ ਸਪੈਸਿਫਿਕ ਹੀਟ, C ਦਾ ਮਤਲਬ ਸਪੈਸਿਫਿਕ ਹੀਟ ਐਟ ਕਾਂਸਟੈਂਟ ਪ੍ਰੈਸ਼ਰ ਡਿਵਾਈਡਡ ਬਾय ਸਪੈਸਿਫਿਕ ਹੀਟ ਐਟ ਕਾਂਸਟੈਂਟ ਵੋਲਿਊਮ। ਐਵੇਂ ਜਿਹੜੇ ਨੈਕਸਟ ਆਰਟੀਕਲ ਆਣਗੇ ਉਹਦੇ ਵਿੱਚ ਅਸੀਂ ਇਹਨਾਂ ਬਾਰੇ ਵੀ ਆਪਾਂ ਡਿਸਕਸ ਕਰਾਂਗੇ, ਜਦੋਂ ਸਾਡੀ ਸਪੈਸਿਫਿਕ ਹੀਟ ਬਾਰੇ ਠੀਕ ਹੈ ਗੱਲਬਾਤ ਹੋਏਗੀ, ਉੱਥੇ ਅਸੀਂ ਇਹਦੇ ਬਾਰੇ ਸਟੱਡੀ ਕਰਨਾ। ਹਾਲੇ ਯਾਦ ਰੱਖਣਾ ਹੈ ਵਾਟ ਇਜ਼ ਗਾਮਾ। ਗਾਮਾ ਇਜ਼ ਦਾ ਰੇਸ਼ੋ ਆਫ ਟੂ ਸਪੈਸਿਫਿਕ ਹੀਟ, ऊपर स्पेसिफिक हीट एट कांस्टेंट प्रेशर डिवाइडेड बाय स्पेसिफिक हीट एट कांस्टेंट वॉल्यूम। हाँ जी ठीक। नाउ ਇਹ ਇਕੁਏਸ਼ਨ ਤੇ ਤੁਸੀਂ ਆਪਣੇ ਮਾਈਂਡ 'ਚ ਸੈੱਟ ਕਰ ਲਓ, PV ਦੀ ਗਾਮਾ